ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਦਵਿੰਦਰਦੀਪ ਕੌਰ ਹਾਜ਼ਰ ਹਾਂ ਲੈ ਕੇ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਉੱਚੀ ਅੱਡੀ ਵਾਲੀ ਗੁਰਗਾਬੀ। ਕਈ ਵਾਰੀ ਮੈਂ ਹੈਰਾਨ ਹੁੰਦੀ ਹਾਂ, ਜੇ ਅਮੀਰਾਂ ਨੂੰ ਰੱਬ ਨੇ ਹੀ ਅਮੀਰ ਬਣਾਇਆ ਹੈ ਤੇ ਕੋਠੀਆਂ ਵਾਲਿਆਂ ਨੂੰ ਰੱਬ ਨੇ ਹੀ ਕੋਠੀਆਂ ਦਿੱਤੀਆਂ ਹਨ, ਤਾਂ ਕਈ ਲੋਕ ਜੋ ਸਾਰੀ ਸਵੇਰ ਭਜਨ ਪਾਠ ਵਿੱਚ ਗੁਜ਼ਾਰ ਦਿੰਦੇ ਹਨ, ਫਿਰ ਗਰੀਬ ਦੇ ਗਰੀਬ ਕਿਉਂ ਹਨ? ਤੇ 10-10 ਵਜੇ ਬਿਸਤਰੇ 'ਤੇ ਪਏ ਰਹਿਣ ਵਾਲਿਆਂ ਅੱਗੇ ਉਹਨਾਂ ਨੂੰ ਆਪਣੇ ਪੇਟ ਤੱਕ ਲਈ ਹੱਥ ਕਿਉਂ ਅੱਡਣੇ ਪੈਂਦੇ ਹਨ? ਪਿਛੋਕੜ ਦੇ ਗੁਰਦੁਆਰੇ ਦੇ ਭਾਈ ਦੀਆਂ ਥਿਗੜੀਆਂ ਵੇਖ ਮੈਨੂੰ ਮੁੜ ਉਸਦੀ ਸੁਖਮਨੀ ਯਾਦ ਆਉਂਦੀ ਹੈ। ਭਲਾ ਉਹ ਰੱਬ ਕਿਹੋ ਜਿਹਾ ਹੋਇਆ, ਜਿਸ ਦੇ ਉਪਾਸ਼ਕ 'ਤੇ ਤੱਪੜ ਘਸੀਟਣ ਤੇ ਜਿਸ ਤੋਂ ਮੁਨਕਰ ਮੌਜਾਂ ਕਰਨ ਤੇ ਮੋਟਰਾਂ ਚਲਾਉਣ। ਇੰਨ ਬਿੰਨ ਇਸ ਤਰ੍ਹਾਂ ਦੀ ਹਾਲਤ ਸਾਡੇ ਸਾਰੇ ਦੇ ਸਾਰੇ ਖਾਨਦਾਨ ਦੀ ਹੈ। ਨਿੱਕੀ ਹੁੰਦੀ ਤਾਂ ਸੱਚੀ ਮੈਂ ਸੋਚਦੀ ਹੁੰਦੀ ਸਾਂ ਕਿ ਰੱਬ ਕੋਈ ਗਰੀਬ ਜਿਹਾ ਇੱਕ ਟਾਕੀਆਂ ਵਾਲੀ ਗੋਦੜੀ ਵਿੱਚ ਵਲੇਟਿਆ ਹੋਇਆ, ਕਿਸੇ ਕੱਲ ਮੁਕੱਲੀ ਕਿਰਕਿਰ ਕਰਦੀ ਝੁੱਗੀ ਵਿੱਚ ਰਹਿਣ ਵਾਲਾ ਕੋਈ ਬੁੱਢਾ ਜਿਹਾ ਝਰੀਟ ਆਦਮੀ ਹੋਣਾ ਹੈ। ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ ਚੋਖਾ ਦਿਨ ਚੜ੍ਹੇ ਤੱਕ ਸਾਡੇ ਘਰ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। 7 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੀ ਬੁੱਢੀ ਮੇਰੀ ਦਾਦੀ ਤੱਕ ਸਾਰੇ ਦੇ ਸਾਰੇ ਘਰ ਵਾਲੇ ਆਪਣੇ ਆਪਣੇ ਪਾਠਾਂ ਵਿੱਚ ਜੁਟ ਜਾਂਦੇ ਹਨ। ਮੇਰੀ ਮਾਂ ਪਾਠ ਕਰਦੇ ਕਰਦੇ ਘਰ ਵਿਹੜੇ ਦਾ ਝਾੜੂ ਫੇਰਦੇ, ਮੱਝ ਦੀ ਧਾਰ ਕੱਢਦੇ, ਲੱਸੀ ਰਿੜਕਦੇ ਤੇ ਪਾਠ ਕਰਦੇ ਕਰਦੇ ਹੀ ਚੌਂਕੇ ਨੂੰ ਛੇਤੀ ਪਲਾਤਾ ਜਿਹਾ ਪੋਚਾ ਦੇ ਲੈਂਦੇ। ਮੇਰੇ ਪਿਤਾ ਡੰਗਰਾਂ ਦਾ ਗੁਤਾਵਾ, ਪੱਠੇ ਤੇ ਹੋਰ ਹਿੱਕੜ ਦੁੱਕੜ ਕੰਮ, ਮਾਲ ਦੀ ਥਾਂ ਨੂੰ ਸਾਫ਼ ਕਰਨਾ ਆਦਿ ਆਪਣੇ ਨਿਤਨੇਮ ਨਾਲ ਹੀ ਖਤਮ ਕਰ ਲੈਂਦੇ। ਜੇ ਕਦੀ ਮੇਰੀ 7 ਸਾਲ ਦੀ ਨਿੱਕੀ ਭੈਣ ਮਨਜੀਤ ਨੂੰ ਪਾਠ ਕਰਦਿਆਂ ਨੀਂਦ ਆ ਜਾਂਦੀ, ਤਾਂ ਮੇਰੀ ਮਾਂ ਕੰਮ ਕਾਜ ਛੱਡ ਝੱਟ ਉਸਨੂੰ ਆ ਕੰਨੋਂ ਫੜਦੇ। ਜੀਤੋ ਪ੍ਰੀਤੋ, ਉੱਠਦੀ ਹੈ ਕਿ ਨਹੀਂ ਚੁੜੇਲੇ? ਵਿਚਾਰੀ ਅੱਖਾਂ ਮਲਾਉਂਦੀ ਉੱਠਦੀ ਤੇ ਹੱਥੋਂ ਡਿੱਗੇ ਗੁਟਕੇ ਨੂੰ ਚੁੱਕ ਕੇ ਮੱਥਾ ਟੇਕ ਫੇਰ ਮੁੱਢੋਂ ਛੁੱਡੋਂ ਸ਼ੁਰੂ ਕਰ ਦਿੰਦੀ। ਮੈਂ ਬਾਕੀ ਬੱਚਿਆਂ ਤੋਂ ਜ਼ਿਆਦਾ ਚਲਾਕ ਸਾਂ। ਜ਼ਰਾ ਗੱਡੀ ਤੇਜ਼ ਚਲਾ ਕੇ ਛੇਤੀ ਛੁੱਟੀ ਪਾ ਲੈਂਦੀ। ਇਹ ਵੇਖ ਮੇਰੇ ਪਿਤਾ ਜੀ ਨੇ ਮੈਨੂੰ ਅਰਥਾਂ ਸਹਿਤ ਗੁਟਕਾ ਲਿਆ ਦਿੱਤਾ ਤੇ ਹੁਕਮ ਹੋ ਗਿਆ ਕਿ ਅੱਗੋਂ ਤੋਂ ਮਤਲਬ ਸਮਝ ਕੇ ਪਾਠ ਕੀਤਾ ਕਰਾਂ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਵਾਲੇ ਰੋਜ਼ ਅਸੀਂ ਸਾਰੀ ਰਾਤ ਜਾਗਦੇ, ਉੱਚੇ ਸ਼ਬਦ ਪੜ੍ਹੇ ਜਾਂਦੇ ਤੇ ਲੰਮੇ ਅਰਦਾਸੇ ਕੀਤੇ ਜਾਂਦੇ। ਪਾਣੀ ਦੇ ਛਿੱਟੇ ਮਾਰ ਮਾਸੂਮਾਂ ਨੂੰ ਜਗਾਇਆ ਜਾਂਦਾ ਤੇ ਕੜਾਹ ਪ੍ਰਸ਼ਾਦ ਦਾ ਲਾਲਚ ਦੇ ਵਾਹਿਗੁਰੂ ਦਾ ਪਾਠ ਕਰਾਇਆ ਜਾਂਦਾ। ਪਰ ਫਿਰ ਵੀ ਅਸੀਂ ਗਰੀਬ ਸਾਂ। ਮੇਰੇ ਪਿਤਾ ਜੀ ਦੇ ਨੌਕਰੀ ਲੈ ਜਾਣ ਵਾਲੇ ਦਿਨ ਮੈਨੂੰ ਯਾਦ ਹਨ। ਮੈਨੂੰ ਕਦੇ ਨਹੀਂ ਭੁੱਲੇਗੀ ਉਹ ਰਾਤ, ਜਦੋਂ ਸਰੋਂ ਦੇ ਤੇਲ ਦੇ ਦੀਵੇ ਦੀ ਮੱਧਮ ਜਿਹੀ ਰੌਸ਼ਨੀ ਹੇਠ ਚੌਂਕੇ ਵਿੱਚ ਭੁੰਜੇ ਬੈਠੇ ਮੇਰੀ ਮਾਂ ਨੇ ਮੇਰੇ ਅੱਗੇ ਮੱਕੀ ਦੀ ਰੋਟੀ ਤੇ ਸੁੱਕਾ ਪੱਕਾ ਸਾਗ ਰੱਖ ਕੇ ਮੈਨੂੰ ਖਾਣ ਨੂੰ ਦਿੱਤਾ ਤੇ ਆਪਣੀਆਂ ਛਮ ਵਸਦੀਆਂ ਅੱਖੀਆਂ ਨੂੰ ਪੱਲੇ ਨਾਲ ਲੁਕੋ ਲਿਆ। ਮੇਰੇ ਘੜੀ ਪੁੱਛਣ ਤੇ ਮੇਰੀ ਮਾਂ ਨੇ ਮੈਨੂੰ ਛਾਤੀ ਨਾਲ ਲਾ ਕੇ ਕਿਹਾ, ਮੈਂਡੀ ਚੰਨ ਜੀ, ਬੱਚੀ ਵਾਸਤੇ ਸੁੱਕੀ ਮੱਕੀ ਦੀ ਰੋਟੀ ਤੇ ਅਣਤੜਕਿਆ ਸਾਗ। ਉਹ ਦਿਨ ਜਦੋਂ ਫੀਸ ਨਾ ਦੇਣ ਕਰਕੇ ਮੈਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ ਤੇ ਮੇਰੀ ਮਾਂ ਮੈਨੂੰ ਭੁਲਾਉਣ ਲਈ ਮੇਰੇ ਮਾਮੀ ਜੀ ਦੇ ਘਰ ਬੇਰ ਢਾਣ ਲੈ ਗਏ ਸਨ। ਮੈਨੂੰ ਕਈ ਵਾਰ ਮੁੜ ਚੇਤੇ ਆਉਂਦਾ ਹੈ, ਕਿਤਨਾ ਦੁੱਖ ਹੋਇਆ ਸੀ ਮੈਨੂੰ ਜਦੋਂ ਇੱਕ ਵਾਰੀ ਮੇਰੀ ਇੱਕ ਅਮੀਰ ਸਹੇਲੀ ਕੋਲ ਬੈਠੇ ਉਸਦੇ ਇੱਕ ਨਜ਼ਦੀਕੀ ਬਜ਼ੁਰਗ ਨੇ ਮੈਨੂੰ ਇਸ ਲਈ ਬੁਰਾ ਭਲਾ ਕਿਹਾ ਕਿ ਮੇਰੇ ਪਿਤਾ ਉਹਨਾਂ ਤੋਂ ਕੁਝ ਦਸਤੀ ਲਿੱਤੇ ਰੁਪਏ ਵਕਤ ਸਿਰ ਵਾਪਸ ਨਾ ਕਰ ਸਕੇ। ਮੇਰੀ ਵੱਡੀ ਵਿਆਹੀ ਭੈਣ ਦੇ ਲੱਥੇ ਕੱਪੜੇ ਪਾਉਂਦਿਆਂ ਮੇਰੀ ਸੰਗ ਕਿਸ ਤਰ੍ਹਾਂ ਹਟੀ, ਮੈਨੂੰ ਯਾਦ ਹੈ। ਉਹ ਦਿਨ ਵੀ ਮੈਨੂੰ ਯਾਦ ਹੈ ਜਦੋਂ ਇੱਕ ਸ਼ਾਮ ਨੂੰ ਮੇਰੇ ਪਿਤਾ ਜੀ ਨੂੰ ਚਾਹ ਪੀਣ ਦਾ ਜੀ ਕੀਤਾ। ਮਾਲ ਡੰਗਰ ਸਭ ਅੱਗੇ ਹੀ ਵਿਕ ਚੁੱਕਿਆ ਸੀ। ਦੁੱਧ ਲਈ ਮੇਰੇ ਪਿਤਾ ਜੀ ਦੀ ਜੇਬ ਵਿੱਚ ਇਕੱਲਾ ਇੱਕੋ ਇੱਕ ਪੈਸਾ ਸੀ। ਕਿਤਨੀਆਂ ਦਲੀਲਾਂ ਕਰਕੇ ਮੈਂ ਬਾਜ਼ਾਰੋਂ 1 ਪੈਸੇ ਦਾ ਦੁੱਧ ਲੈਣ ਗਈ ਤੇ ਜਦੋਂ ਸੁੰਦਰ ਹਲਵਾਈ ਦੀ ਵਹੁਟੀ ਨੇ ਨੱਕ ਜਿਹਾ ਚਾੜ ਕੇ ਪੈਸੇ ਦਾ ਦੁੱਧ ਦਿੰਦੇ ਪੁੱਛਿਆ, ਨਿੱਕੀਏ, ਪੈਸੇ ਦਾ ਦੁੱਧ ਕੀ ਕਰਸੋਂ? ਮੇਰਾ ਜਵਾਬ ਮੈਨੂੰ ਕਦੀ ਨਹੀਂ ਭੁੱਲੇਗਾ, ਨਹੀਂ ਬਾਵੀ, ਬੇਜੀ ਆਖਣੇ ਸਲੂਣੇ ਕੀ ਖਟਾ ਲੈਣਾ।
ਫਿਰ ਮੇਰੇ ਪਿਤਾ ਜੀ ਦੀ ਨੌਕਰੀ ਲੱਗ ਗਈ, ਪਰ ਤਨਖਾਹ ਅੱਗੇ 50 ਤੋਂ ਹੁਣ ਝੁੱਗੇ ਵਿੱਚੋਂ 53 ਰੁਪਏ ਕਰ ਦਿੱਤੀ ਗਈ। ਅਸੀਂ 4 ਵੱਡੀਆਂ ਭੈਣਾਂ ਅਤੇ 5 ਮੇਰੇ ਨਿੱਕੇ ਨਿੱਕੇ ਮਿੱਠੇ ਮਿੱਠੇ ਵੀਰ ਸਨ। ਅੱਗੇ ਭੱਸ ਅਤੇ ਹੁਣ ਸ਼ਾਈ। ਹਾਲਤ ਤਾਂ ਵੀ ਡਾਢੀ ਮਾੜੀ ਹੀ ਸੀ, ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ। ਪਰ ਹੁਣ ਇਤਨਾ ਸੀ ਕਿ ਰੋਟੀ ਸਭ ਨੂੰ ਕਣਕ ਦੀ ਦੋਵੇਂ ਵੇਲੇ ਅਤੇ ਲੁਧਿਆਣੇ ਜਾਂ ਦੇਸੀ ਖੱਦਰ ਦੇ 2-2 ਜੋੜੇ ਪਾਉਣ ਲਈ ਚੰਗੀ ਤਰ੍ਹਾਂ ਮਿਲ ਜਾਂਦੇ ਸਨ। ਵਿਆਹੀ ਭੈਣ ਜੀ ਨੂੰ ਛੋੜ ਕੇ ਮੈਂ ਘਰ ਵਿੱਚ ਸਭ ਤੋਂ ਵੱਡੀ ਸਾਂ। ਪੜ੍ਹਨ ਵਿੱਚ ਮੈਂ ਜਮਾਤ ਵਿੱਚ ਸਭ ਤੋਂ ਜ਼ਿਆਦਾ ਹੁਸ਼ਿਆਰ ਸਾਂ। ਇਹੀ ਕਾਰਨ ਸੀ ਕਿ ਮੇਰੀਆਂ ਸਭ ਦੀਆਂ ਸਭ ਸਹੇਲੀਆਂ ਅਮੀਰ ਲੋਕਾਂ ਦੀਆਂ ਧੀਆਂ ਸਨ। ਸਕੂਲ ਜਾਂਦਿਆਂ ਮੈਨੂੰ ਆਪਣਾ ਬਸਤਾ ਮੁਸ਼ਕਿਲ ਹੀ ਕਦੀ ਆਪ ਚੁੱਕ ਕੇ ਲੈ ਜਾਣਾ ਪੈਂਦਾ ਸੀ। ਮੇਰੀ ਗੁਆਂਢਣ ਕੁੜੀ ਦੀ ਮਾਈ ਮੇਰੀਆਂ ਕਿਤਾਬਾਂ ਨੂੰ ਵੀ ਰਸਤੇ ਵਿੱਚ ਫੜ ਲੈਂਦੀ। ਅਕਸਰ ਮੈਨੂੰ ਮੇਰੀਆਂ ਦੂਜੀਆਂ ਸਹੇਲੀਆਂ ਆਪਣੇ ਟਾਂਗਿਆਂ ਮੋਟਰਾਂ ਵਿੱਚ ਆਪਣੇ ਨਾਲ ਸਕੂਲ ਤੱਕ ਲੈ ਜਾਂਦੀਆਂ, ਅਤੇ ਇਸ ਤਰ੍ਹਾਂ ਦੀਆਂ ਕਈ ਮਿਹਰਬਾਨੀਆਂ ਦੀ ਮੈਂ ਆਪਣੀਆਂ ਅਮੀਰ ਜਮਾਤਣਾਂ ਅੱਗੇ ਪਾਤਰ ਹੀ ਨਹੀਂ ਸਾਂ, ਸਗੋਂ ਕੁੱਲ ਜਮਾਤ ਵਿੱਚ ਪਹਿਲੇ ਨੰਬਰ 'ਤੇ ਰਹਿਣ ਕਰਕੇ ਅਤੇ ਕਦੀ-ਕਦੀ ਬਾਕੀਆਂ ਨੂੰ ਆਪਣੀ ਕਾਪੀ ਵੀ ਤਾੜਨ ਦੇਣ ਕਰਕੇ ਇਸ ਸਭ ਹਮਦਰਦੀ ਦੀ ਯੋਗ ਹੱਕਦਾਰ ਵੀ ਸਾਂ। ਮੇਰੀਆਂ ਅਮੀਰ ਸਹੇਲੀਆਂ ਦੀਆਂ ਚਾਹ ਪਾਰਟੀਆਂ 'ਤੇ ਮੈਨੂੰ ਅਕਸਰ ਬੁਲਾਇਆ ਜਾਂਦਾ, ਪਰ ਉਹਨਾਂ ਦੀਆਂ ਝਿਲਮਿਲ ਕਰਦੀਆਂ ਸਾੜੀਆਂ ਅਤੇ ਲਿਸ਼-ਲਿਸ਼ ਕਰਦੇ ਜੋੜਿਆਂ ਨਾਲ ਮੇਰੀ ਸਾਦਗੀ ਜ਼ਰਾ ਚੰਗੀ ਨਹੀਂ ਫੱਬਦੀ ਸੀ। ਅਖੀਰ ਮੇਰੇ ਕਿਤਨਾ ਚਿਰ ਕਹਿਣ 'ਤੇ ਮੇਰੀ ਮਾਂ ਨੇ ਕੋਈ ਆਪਣੇ ਪੁਰਾਣੇ ਕੱਪੜੇ ਕੱਢ ਮੈਨੂੰ ਇੱਕ ਰੇਸ਼ਮੀ ਸੂਟ ਬਣਾ ਦਿੱਤਾ। ਪਰ ਹੁਣ ਹੋਰ ਸਵਾਲ ਪੈਦਾ ਹੋਇਆ, ਅਮੀਰ ਜਿਹੇ ਰੇਸ਼ਮੀ ਸੂਟ ਨਾਲ ਰਾਜਾ ਬਾਜ਼ਾਰ ਦੀਆਂ 6-6 ਆਨੇ ਵਾਲੀਆਂ ਚੱਪਲੀਆਂ ਕਿਸ ਤਰ੍ਹਾਂ ਢੁੱਕਣ। ਮੇਰੇ ਪਿਤਾ ਜੀ ਦੀ ਮੈਂ ਖਾਸ ਤੌਰ 'ਤੇ ਲਾਡਲੀ ਸਾਂ। ਭਾਵੇਂ ਮੇਰੀ ਮੰਗ ਨੂੰ ਉਹ ਪੂਰਾ ਕਰ ਸਕਣ ਜਾਂ ਨਾ, ਇਕਰਾਰ ਉਹ ਜ਼ਰੂਰ ਕਰ ਦਿੰਦੇ ਅਤੇ ਵਸ ਲੱਗਦੇ ਇਕਰਾਰ ਨੂੰ ਤੋੜ ਚਾੜਨ ਵਿੱਚ ਵੀ ਕੋਈ ਕਸਰ ਨਾ ਰੱਖਦੇ। ਮੇਰੇ ਪਿਤਾ ਜੀ ਮੇਰਾ ਸੂਟ ਵੇਖ ਮੇਰੇ ਮੂੰਹੋਂ ਮੇਰੇ ਦਿਲ ਦੀ ਬੁੱਝ ਗਏ ਅਤੇ ਮੇਰੇ ਕੁਆਰਾਪਣ ਅਤੇ ਸ਼ਰਮਾਕਲਪੁਣੇ ਦਾ ਪੂਰਾ ਲਿਹਾਜ਼ ਕਰਦੇ ਹੋਏ ਆਪ ਹੀ ਕਹਿਣ ਲੱਗੇ, ਬੱਚੀ ਤੁਗੀ ਉੱਚੀ ਅੱਡੀ ਵਾਲੀ ਗੁਰਗਾਬੀ ਐਣੀ ਦੇਸਾਂ। ਪਿਆਰੇ ਪਿਤਾ ਦੇ ਲਾਡਲੀ ਬੱਚੀ ਨਾਲ ਚਾਹ ਵਿੱਚ ਕੀਤੇ ਇਕਰਾਰ ਨੂੰ ਖਾਲੀ ਮੂਲੀ ਚੰਦਰੀ ਜੇਬ ਨੇ ਕਿਤਨਾ ਚਿਰ ਨਾ ਪੂਰਾ ਕਰਨ ਦਿੱਤਾ। ਪਰ ਮੇਰੇ ਨਾਲ ਕੀਤੇ ਇਕਰਾਰ ਨੂੰ ਭੁੱਲ ਜਾਣਾ ਮੇਰੇ ਪਿਤਾ ਲਈ ਇੱਕ ਅਸੰਭਵ ਜਿਹੀ ਗੱਲ ਸੀ। ਇੱਕ ਦਿਨ ਕਿਸੇ ਸਹੇਲੀ ਦੀ ਭੈਣ ਦੇ ਸ਼ਾਦੀ 'ਤੇ ਜਾਣ ਲੱਗਿਆਂ ਮੇਰਾ ਰੋਣ ਹਾਕਾ ਜਿਹਾ ਮੂੰਹ ਤੱਕ ਕੇ ਮੇਰੇ ਪਿਤਾ ਉਦੋਂ ਤਾਂ ਚੁੱਪ ਰਹੇ, ਪਰ ਉਸ ਸ਼ਾਮ ਦਫ਼ਤਰੋਂ ਵਾਪਸ ਆਣ ਕੇ ਮੈਨੂੰ ਆਪਣੀਆਂ ਦੋਹਾਂ ਬਾਹਾਂ ਵਿੱਚ ਵਲੇਟਦੇ ਹੋਏ ਕਹਿਣ ਲੱਗੇ, ਮੈਂ ਅੱਜ ਆਪਣੀ ਰਾਣੋ ਵਾਸਤੇ ਗੁਰਗਾਬੀ ਨਹੀਂ ਸਾਈਂ ਦੇ ਆਇਆ ਹਾਂ, ਬਸ ਇੱਕ ਹਫ਼ਤਾ ਹੋਰ। ਪਰ ਫਿਰ ਕਈ ਹਫ਼ਤੇ ਲੰਘ ਗਏ, ਗੁਰਗਾਬੀ ਨਾ ਆਈ। ਕਿਤਨਾ ਜੀਅ ਕਰਦਾ ਸੀ ਮੇਰਾ ਉਸ ਕਾਲੀ ਜਿਹੀ ਗੁਰਗਾਬੀ ਲਈ, ਜਿਸ ਵਿੱਚੋਂ ਮੇਰੇ ਚਿੱਟੇ ਚਿੱਟੇ ਪੈਰ ਲਿਸ਼ਕ ਲਿਸ਼ਕ ਪੈਣ। ਉਸ ਮਹੀਨੇ ਕੋਈ ਅਚਣਚੇਤ ਘਰੋਗੀ ਵਕਤ ਆਣ ਪਿਆ ਅਤੇ ਮੇਰੇ ਪਿਤਾ ਦੀ ਨਿੱਕੀ ਨਿਮਾਣੀ ਤਨਖਾਹ ਵਿੱਚੋਂ ਇੱਕ ਬਲੂੰ ਵੀ ਨਾ ਬਚਿਆ। ਭਾਵੇਂ ਮੇਰੀ ਖਾਹਿਸ਼ ਇਕੱਲਿਆਂ ਕਈ ਵਾਰ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਫੁਟਾ ਕੱਢਦੀ, ਪਰ ਉਹਨਾਂ ਦੇ ਸਾਹਮਣੇ ਮੈਂ ਗੁਰਗਾਬੀ ਦਾ ਕਦੀ ਨਾਂ ਤੱਕ ਨਾ ਲੈਂਦੀ। ਮੈਂ ਨਹੀਂ ਚਾਹੁੰਦੀ ਸਾਂ ਕਿ ਮੇਰੇ ਪਿਤਾ ਨੂੰ ਆਪਣਾ ਅਣਨਿਭਾਇਆ ਇਕਰਾਰ ਚੇਤੇ ਆਏ। ਦਿਨ ਗੁਜ਼ਰਦੇ ਗਏ, ਹਫ਼ਤੇ ਲੰਘਦੇ ਗਏ। ਅਖੀਰ ਦੂਜੇ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਤਨਖਾਹ ਮਿਲਦਿਆਂ ਸਾਰ ਹੀ ਮੇਰੇ ਪਿਤਾ ਉਸੇ ਹੀ ਸ਼ਾਮੀ ਮੇਰੀ ਗੁਰਗਾਬੀ ਲੈ ਆਏ। ਇਹ ਪਹਿਲੀ ਉੱਚੀ ਅੱਡੀ ਵਾਲੀ ਗੁਰਗਾਬੀ ਸੀ ਜੋ ਮੇਰੇ ਨਸੀਬ ਹੋਈ। ਇਸ ਤੋਂ ਪਹਿਲੇ ਆਪਣੀ ਵੱਡੀ ਭੈਣ ਦੇ ਅੱਧ ਪਚੱਦੇ ਹੰਢਾਏ ਸਲੀਪਰ ਜਾਂ ਚੱਪਲੀਆਂ ਪਾ ਕੇ ਹੀ ਮੈਂ ਉਮਰ ਗੁਜ਼ਾਰ ਲਈ ਸੀ। ਪਰ ਪੈਰਾਂ ਨੂੰ ਸਾਫ਼ ਕਰ ਨਵੇਂ ਜੋੜੇ ਨੂੰ ਬੋਰੀ ਉੱਤੇ ਰੱਖ ਕੇ ਜਦੋਂ ਮੇਰੀ ਮਾਂ ਮੈਨੂੰ ਪਾਉਣ ਲੱਗੀ ਤਾਂ ਖਬਰੇ ਮੇਰੀ ਗੁਰਬਤ ਨੂੰ ਵੇਖ ਗੁਰਗਾਬੀ ਨੇ ਮੇਰੇ ਪੈਰ ਨੂੰ ਆਪਣੇ ਅੰਦਰ ਆਉਣ ਦੇਣੋਂ ਇਨਕਾਰ ਕਰ ਦਿੱਤਾ। ਕਿਤਨੀ ਕੋਸ਼ਿਸ਼ ਮੈਂ ਕੀਤੀ, ਪਰ ਗੁਰਗਾਬੀ ਪੂਰੀ ਨਾ ਆਈ। 2 ਮਹੀਨੇ ਵਿੱਚ ਮੇਰਾ ਪੈਰ ਵੱਧ ਗਿਆ। ਸਾਈ ਦੇ ਕੇ ਬਣਾਈ ਚੀਜ਼ ਵੀ ਪੂਰੀ ਨਹੀਂ ਆਉਂਦੀ। ਮੈਂ ਹੈਰਾਨ ਸਾਂ ਆਪਣੀ ਕਿਸਮਤ 'ਤੇ। ਅਖੀਰ ਮੈਂ ਜੋੜੇ ਨੂੰ ਚੁੱਕ ਕੋਠੇ 'ਤੇ ਸੌਣ ਲੱਗਿਆਂ ਆਪਣੇ ਨਾਲ ਲੈ ਗਈ
ਤੇ ਮੇਰੇ ਪੈਰ ਤੇ ਗੁਰਗਾਬੀ ਦੇ ਘੋਲ ਵਿੱਚ ਹੀ ਮੈਨੂੰ ਨੀਂਦ ਨੇ ਆ ਘੇਰਿਆ। ਦਿਨ ਚੜ੍ਹਨ ਵਿੱਚ ਚੋਖਾ ਚਿਰ ਰਹਿੰਦਾ ਸੀ ਜਦੋਂ ਮੈਨੂੰ ਮੇਰੀ ਗੁਰਗਾਬੀ ਦੇ ਸੁਪਨੇ ਨੇ ਟੁੰਬ ਉਠਾਇਆ। ਝੱਟ ਗੁਰਗਾਬੀ ਨੂੰ ਚੁੱਕ ਮੈਂ ਹੇਠ ਇੱਕ ਕਮਰੇ ਵਿੱਚ ਵਾਪਸ ਆਈ। ਸਦਰਾਂ ਦੇ ਅਤੀ ਡੂੰਘੇ ਵੇਗ ਨੇ ਮਜ਼ਹਬ ਦੀ ਓਟ ਲੱਭੀ। ਮੈਨੂੰ ਪਤਾ ਸੀ ਜੇ ਇਹ ਵਾਪਸ ਗਈ ਤਾਂ ਫਿਰ ਮੈਨੂੰ 2 ਮਹੀਨੇ ਹੋਰ ਉਡੀਕਣਾ ਪਵੇਗਾ। ਇੱਕ ਟੁੱਟੇ ਜਿਹੇ ਪੁਰਾਣੇ ਸਟੂਲ 'ਤੇ ਗੁਰਗਾਬੀ ਰੱਖ ਮੈਂ ਆਪਣੇ ਤੰਗ ਗੁਰਗਾਬੀਆਂ ਨੂੰ ਰੈਲਾ ਕਰਨ ਵਾਲੇ ਰੱਬ ਅੱਗੇ ਲੱਗੀ ਅਰਦਾਸਾਂ ਕਰਨ। ਕਮਰੇ ਵਿੱਚ ਅਜੇ ਵੀ ਪਲਾਤਾ ਜਿਹਾ ਹਨੇਰਾ ਸੀ। ਸਵੇਰ ਦੀ ਠੰਡੀ ਹਵਾ ਦਰਵਾਜ਼ੇ ਦੀ ਸੰਗਲ ਨੂੰ ਹੌਲੇ-ਹੌਲੇ ਹਿਲਾ ਰਹੀ ਸੀ। ਮੇਰਾ ਸਿਰ ਮੇਰੇ ਰੱਬ ਅੱਗੇ ਨਿਵਦਾ ਗਿਆ, ਨਿਵਦਾ ਗੁਰਗਾਬੀ ਨੂੰ ਛੋਹਿਆ ਹੀ ਸੀ ਕਿ ਮੇਰੀ ਮਾਂ ਉੱਚਾ ਪਾਠ ਕਰਦੇ ਅੰਦਰ ਆ ਗਏ। ਮੈਨੂੰ ਝੱਟ ਹੀ ਆਪਣੇ 'ਤੇ ਸ਼ਰਮ ਜਿਹੀ ਆਈ। ਮੇਰਾ ਮੂੰਹ ਲਾਲ ਹੋਇਆ ਵੇਖ ਮੇਰੀ ਮਾਂ ਨੇ ਮੇਰੇ ਨਿਆਣਪੁਣੇ ਨੂੰ ਆਪਣੀ ਪੋਲੀ ਜਿਹੀ ਛਾਤੀ ਵਿੱਚ ਲੁਕੋ ਲਿਆ। ਇਹ ਸੀ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਉੱਚੀ ਅੱਡੀ ਵਾਲੀ ਗੁਰਗਾਬੀ। ਧੰਨਵਾਦ।